ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਪਹਿਲੀ ਕਹਾਣੀ। ਮੈਨੂੰ ਕੁੱਤਿਆਂ ਤੋਂ ਸਖਤ ਨਫ਼ਰਤ ਸੀ। ਇੱਕ ਦਿਨ ਢਾਰੇ ਵਿੱਚ ਕਿੰਨੇ ਸਾਰੇ ਨਵੇਂ ਜੰਮੇ ਕਤੂਰੇ ਵੇਖ ਲਏ। ਬੀਜੀ ਨੂੰ ਸ਼ਾਇਦ ਪਤਾ ਸੀ। ਮੇਰੇ ਸਾਹਮਣੇ ਚੋਪੜੀ ਰੋਟੀ ਪਾ ਕੇ ਆਏ। ਤੁਰੀ ਜਾਂਦੇ ਆਖ ਰਹੇ ਸੀ, ਅਸੀਂ ਇੱਕ ਜੰਮੀਏ ਤਾਂ ਦੇਸੀ ਘਿਓ ਦੀ ਪੰਜੀਰੀ। ਇਹ ਵਿਚਾਰੀ ਵੀ ਤਾਂ ਉਤਲੇ ਜਹਾਨੋਂ ਹੋ ਕੇ ਮੁੜੀ ਹੈ। ਇੱਕ ਦਿਨ ਜਦੋਂ ਦੋਵੇਂ ਮਾਵਾਂ ਇੱਧਰ ਉੱਧਰ ਹੋਈਆਂ ਤਾਂ ਮੈਂ ਸਾਰੇ ਬੋਰੀ ਚ ਪਾ ਦੂਰ ਛੱਡ ਆਇਆ। ਆਥਣ ਵੇਲੇ ਬਨੇਰੇ ਤੇ ਚੜੀ ਚੂੰ ਚੂੰ ਕਰਦੀ ਰੋਈ ਜਾਵੇ। ਥਣ ਦੁੱਧ ਨਾਲ ਨੱਕੋ ਨੱਕ ਭਰੇ। ਬੀਜੀ ਨੂੰ ਪਤਾ ਲੱਗਾ ਤਾਂ ਆਖਣ ਲੱਗੀ, ਜਿਹਨੇ ਵੀ ਇਹ ਕਰਤੂਤ ਕੀਤੀ ਹੁਣੇ ਮੁੜ ਕੇ ਲਿਆਵੇ, ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ। ਮੈਂ ਜੀਪ ਸਟਾਰਟ ਕਰ ਤੁਰਨ ਲੱਗਾ ਤਾਂ ਕਤੂਰਿਆਂ ਦੀ ਮਾਂ ਵੀ ਨਾਲ ਹੀ ਹੋ ਤੁਰੀ। ਏਡਾ ਸਿਆਣਾ ਜੀ। 2 ਕਿਲੋਮੀਟਰ ਨਾਲ ਨਾਲ ਦੌੜੀ ਆਈ। ਦੂਰ ਝਾੜੀਆਂ 'ਚ ਬੈਠੇ ਉਹ ਸਾਰੇ ਰੋਈ ਜਾ ਰਹੇ ਸੀ। ਜਾਂਦਿਆਂ ਹੀ ਦੁੱਧ ਚੁੰਘਾਉਣ ਲੱਗ ਪਈ। ਫਿਰ ਅਗਲੀ ਸਵੇਰ ਢਾਰੇ 'ਚ ਮੁੜ ਰੌਣਕਾਂ ਲੱਗ ਗਈਆਂ। ਸਾਰੀ ਰਾਤ ਹੀ ਸ਼ਾਇਦ ਕੱਲੇ ਨੂੰ ਢੋਂਦੀ ਰਹੀ। ਫਿਰ ਇੱਕ ਦਿਨ ਵੇਖਿਆ ਸਵੇਰੇ ਸਵੇਰੇ ਬਾਹਰ ਤਾਈ ਦੇ ਘਰ ਸਾਹਮਣੇ ਤਹੇ ਤੇ ਭੌਂਕੀ ਜਾ ਰਹੀ ਸੀ। ਕੋਲ ਗਿਆ, ਇੱਕ ਮਰਿਆ ਪਿਆ ਸੀ। ਸਿਰਫ ਮੋਟਰਸਾਈਕਲ ਵਾਲਿਆਂ ਤੇ ਹੀ ਭੌਂਕ ਰਹੀ ਸੀ। ਸ਼ਾਇਦ ਥੱਲੇ ਆਉਂਦਿਆਂ ਵੇਖ ਲਿਆ ਸੀ। ਅਜੀਬ ਮਾਨਸਿਕਤਾ ਸੀ। ਫਿਰ ਤਾਈ ਚੇਤੇ ਆ ਗਈ। ਅਕਸਰ ਆਖਿਆ ਕਰਦੀ, ਹਰੇਕ ਖਾਕੀ ਵਰਦੇ ਵਾਲਾ ਮੈਨੂੰ ਕਾਕੇ ਦਾ ਕਾਤਲ ਲੱਗਦਾ ਹੈ। ਚੱਲ ਕਾਕਾ ਤਾਂ ਮੰਨ ਲਿਆ ਭਗੌੜਾ ਸੀ, ਪਰ ਵੱਡੇ ਸੱਤੇ ਨੂੰ ਕਿਉਂ ਮਾਰਿਆ? ਉਹ ਤਾਂ ਬਾਲ ਬੱਚੇਦਾਰ ਸੀ। ਮੈਂ ਕੋਸ਼ਿਸ਼ ਕੀਤੀ ਉਸ ਭੌਂਕਦੀ ਹੋਈ ਨੂੰ ਉੱਥੋਂ ਉਠਾਉਣ ਦੀ। ਕਿਧਰੇ ਤਾਈ ਦਾ ਧਿਆਨ ਪੈ ਗਿਆ ਤਾਂ ਉਹਨੂੰ ਆਪਣੀ ਕਹਾਣੀ ਚੇਤੇ ਆ ਜਾਣੀ ਹੈ। ਪਰ ਉਹ ਨਾ ਤਾਂ ਆਪ ਹੀ ਉੱਠੀ ਤੇ ਨਾ ਹੀ ਮੁੱਕ ਗਏ ਕੋਲ ਹੀ ਕਿਸੇ ਨੂੰ ਜਾਣ ਦਿੱਤਾ। ਆਥਣ ਵੇਲੇ ਉਹਦੇ ਕੋਲ ਬੈਠੀ ਤਾਈ ਆਖ ਰਹੀ, ਤੇਰਾ ਤੇ ਇੱਕੋ ਮੋਇਆ ਤੇ ਤੂੰ ਭੌਂਕ ਭੌਂਕ ਆਪਣਾ ਗੁਬਾਰ ਕੱਢ ਲਿਆ। ਮੇਰੇ 2 ਗਏ, ਹੁਣ ਮੈਂ ਆਪਣਾ ਢਿੱਡ ਕਿਹਦੇ ਨਾਲ ਫਰੋਲਾਂ? ਸਵੇਰ ਦੀ ਭੌਂਕਦੀ ਹੋਈ ਹੁਣ ਬਿਲਕੁਲ ਸ਼ਾਂਤ ਸੀ ਤੇ ਕੋਲ ਬੈਠੀ ਤਾਈ ਦਾ ਹੱਥ ਚੱਟਦੀ ਹੋਈ ਉਹ ਦੂਜੀ ਮਾਂ ਦਾ ਦੁੱਖ ਵੰਡਾ ਰਹੀ ਸੀ। ਵਾਕਿਆ ਹੀ ਵਰਿਆਂ ਤੋਂ ਅੰਦਰ ਡੱਕੇ ਮਾਵਾਂ ਦੇ ਕਿੰਨੇ ਸਾਰੇ ਗੁਬਾਰ ਹੁਣ ਕੈਂਸਰ ਬਣ ਮੜੀਆਂ ਦਾ ਸ਼ਿੰਗਾਰ ਬਣ ਗਏ ਨੇ। ਉਹੀ ਮੜੀਆਂ ਜਿੱਥੇ ਉਹਨਾਂ ਦੇ ਸਿਵੇ ਵੀ ਬੜੇ ਸਨ, ਜਿਹੜੇ ਅਸਲ ਰੱਬ ਨੂੰ ਭੁੱਲ ਕੁਝ ਚਿਰ ਲਈ ਖੁਦ ਰੱਬ ਬਣ ਬੈਠੇ। ਤਾਂ ਅਗਲੀ ਕਹਾਣੀ। ਸ਼ਰਾਬੀ ਹੋਇਆ ਜਦੋਂ ਵੀ ਗਲੀ ਵਿੱਚ ਦੀ ਲੰਘਦਾ, ਮਾਵਾਂ ਨਿਆਣੇ ਅੰਦਰ ਵਾੜ ਬੂਹਾ ਭੇੜ ਲਿਆ ਕਰਦੀਆਂ। ਸ਼ਕਲ ਤੋਂ ਬੜਾ ਹੀ ਖੌਫਨਾਕ, ਜਿੰਨੇ ਮੂੰਹ ਉਨੀਆਂ ਹੀ ਗੱਲਾਂ। ਭੇੜੀਆ, ਦੈਂਤ, ਰਾਖਸ਼, ਨਿੱਕੀਆਂ ਕੁੜੀਆਂ ਦਾ ਸ਼ੌਕੀਨ। ਉਸ ਰਾਤ ਭਾਰੀ ਮੀਂਹ ਤੇ ਝੱਖੜ, ਨਸ਼ੇ 'ਚ ਧੁੱਤ, ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆ ਪਹੁੰਚਿਆ। ਅਚਾਨਕ ਇੱਕ ਪਰਛਾਵਾਂ ਜਿਹਾ ਉਹਦੇ ਅੱਗੋਂ ਦੀ ਲੰਘਿਆ ਤੇ ਕੰਧ ਓਲੇ ਜਾ ਗੁਆਚ ਗਿਆ। ਸਾਰੀ ਪੀਤੀ ਲੈ ਗਈ। ਅੱਗੇ ਹੋ ਕੇ ਵੇਖਿਆ, ਪਾਣੀ ਨਾਲ ਗੜੋਚ ਨਿੱਕਾ ਜਿਹਾ ਇੱਕ ਵਜੂਦ ਗੋਡਿਆਂ 'ਚ ਸਿਰ ਦੇਈ ਸੁੰਗੜ ਕੇ ਕੰਧ ਨੂੰ ਢੋ ਲਾਈ ਬੈਠਾ ਸੀ। ਹੱਥ ਨਾਲ ਟੋਇਆ। 14-15 ਵਰ੍ਹਿਆਂ ਦੀ ਕੁੜੀ ਸੀ, ਡਰੀ ਹੋਈ ਤੇ ਠੰਡ ਨਾਲ ਪੂਰੀ ਤਰ੍ਹਾਂ ਕੰਬਦੀ ਹੋਈ। ਬਾਂਹ ਫੜ ਉਠਾ ਲਿਆ ਤੇ ਪੁੱਛਿਆ, ਕੌਣ ਏ ਤੂੰ? ਅੱਗੋਂ ਚੁੱਪ ਰਹੀ। ਉਹ ਗੁੱਸੇ ਨਾਲ ਫੇਰ ਚੀਕਿਆ, ਕੌਣ ਏ ਤੇ ਕਿੱਥੇ ਜਾਣਾ? ਦੱਸ ਮੈਨੂੰ, ਨਹੀਂ ਤੇ ਫੇਰ। ਇਸ ਵਾਰ ਸ਼ਾਇਦ ਉਹ ਬੁਰੀ ਤਰ੍ਹਾਂ ਡਰ ਗਈ ਸੀ। ਆਖਣ ਲੱਗੀ, ਸ਼ਹਿਰੋਂ ਭੱਜ ਕੇ ਗੱਡੀ ਚੜ੍ਹ ਇੱਥੇ ਆ ਉਤਰੀ ਆ। ਉਹ ਸਟੇਸ਼ਨ ਤੋਂ ਹੀ ਮੇਰੇ ਪਿੱਛੇ। ਨਾਲ ਹੀ ਉਹਨੇ ਕੰਧ ਨਾਲ ਲੱਗ ਖਲੋਤੇ 4 ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ। ਉਹ ਚੀਕਿਆ, ਕੌਣ ਹੋ ਤੁਸੀਂ? ਦੌੜ ਜਾਓ, ਨਹੀਂ ਤੇ ਲੱਗੀ ਜੇ ਗੋਲੀ ਆਉਣ। ਆਹ ਦੇਖੋ ਮੇਰੇ ਡੱਬ 'ਚ ਦਿੱਤਾ ਹੋਇਆ ਪਿਸਤੌਲ। ਇੰਨਾ ਸੁਣ ਉਹ 4 ਪਰਛਾਵੇਂ ਨੇਰੇ 'ਚ ਕਿਧਰੇ ਲੋਪ ਹੋ ਗਏ। ਉਹਨੇ ਫੇਰ ਸਵਾਲ ਕੀਤਾ, ਕਿੱਥੇ ਜਾਏਂਗੀ ਹੁਣ? ਕੱਲੀ ਜਾਏਂਗੀ ਤੇ ਉਹ 4 ਭੇੜੀਏ ਮੁੜ ਆਉਣਗੇ ਤੇ ਨਹੀਂ ਛੱਡਣਗੇ, ਨੋਚ ਨੋਚ ਖਾ ਜਾਣਗੇ। ਇੰਨਾ ਸੁਣੋ ਰੋ ਪਈ ਤੇ ਹੱਥ ਜੋੜ ਆਖਣ ਲੱਗੀ, ਮੇਰਾ ਕੋਈ ਨਹੀਂ ਹੈ, ਕੱਲੀ ਆ। ਮਾਂ ਮਰ ਗਈ ਤੇ ਪਿਓ ਨੇ ਮੈਨੂੰ ਉਹਨਾਂ ਹਵਾਲੇ ਕਰ ਦੂਜਾ ਵਿਆਹ ਕਰਵਾ ਲਿਆ ਤੇ ਸ਼ਹਿਰ ਆਸ਼ਰਮ ਵਾਲੇ ਗੰਦੇ ਲੋਕ। ਇੰਨਾ ਸੁਣੋ ਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ, ਚੱਲੇਂਗੀ ਮੇਰੇ ਨਾਲ? ਮੇਰੇ ਘਰ ਹਮੇਸ਼ਾ ਲਈ ਰੋਟੀ ਦੇਵਾਂਗਾ,
ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ। ਸੁਣੋ, ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ। ਉਹਨੇ ਵੀ ਤੇ ਸ਼ਾਇਦ ਇਹੀ ਕੁਝ ਹੀ ਆਖਿਆ ਸੀ ਪਹਿਲੀ ਵਾਰ। ਅਗਲੀ ਪਲ ਉਹਨੂੰ ਬਾਹੋਂ ਫੜ ਨਾਲ ਲਈ ਜਾ ਰਿਹਾ ਸੀ। ਕੁਝ ਵਾਟ ਤੇ ਦੂਰ ਬਾਹਰ ਖੇਤਾਂ 'ਚ ਬਣਿਆ ਇੱਕ ਸੁੰਨਸਾਨ ਜਿਹਾ ਘਰ। ਹਲਕਾ ਜਿਹਾ ਧੱਕਿਆ ਤਾਂ ਬੂਹਾ ਆਪੇ ਖੁੱਲ੍ਹ ਗਿਆ। ਸ਼ਾਇਦ ਪਹਿਲਾਂ ਤੋਂ ਹੀ ਖੁੱਲ੍ਹਾ ਸੀ। ਉਹਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾਤੀ। ਮੀਂਹ ਝੱਖੜ ਕਾਰਨ ਹੁਣ ਬਿਜਲੀ ਵੀ ਜਾ ਚੁੱਕੀ ਸੀ। ਚਾਰੇ ਪਾਸੇ ਬਸ ਘੁੱਪ ਹਨੇਰਾਈ। ਉਹਨੂੰ ਇੱਕ ਹਨੇਰੇ ਜਿਹੇ ਕਮਰੇ ਵੱਲ ਨੂੰ ਲੈ ਤੁਰਿਆ ਤੇ ਨੁੱਕਰ ਵੱਲ ਖੜਾ ਕਰ ਬੋਝੇ ਵਿੱਚੋਂ ਤੀਲਾਂ ਵਾਲੀ ਡੱਬੀ ਕੱਢੀ। ਫਿਰ ਅੱਗ ਦੀ ਲੋਚ ਦੂਜੇ ਪਾਸੇ ਨੂੰ ਮੂੰਹ ਕਰ ਆਖਣ ਲੱਗਾ, ਪਿਆਰ ਕੁਰੇ ਉੱਠਾ, ਵੇਖ ਕੀ ਲਿਆਇਆ ਤੇਰੇ ਜੋਗਾ। ਧੀ ਲਿਆਇਆ, ਧੀ, ਜਿਉਂਦੀ ਜਾਗਦੀ ਗੱਲਾਂ ਕਰਦੀ ਧੀ। ਤੇਰੇ ਤੇ ਆਪਣੇ ਦੋਹਾਂ ਲਈ। ਹੁਣ ਕੋਈ ਮਾਈ ਦਾ ਲਾਲ ਤੈਨੂੰ ਬਾਂਝ ਤੇ ਮੈਨੂੰ ਬੇਔਲਾਦਾ ਆਖ ਕੇ ਤਾਂ ਦਿਖਾਵੇ। ਕੁਝ ਪਲਾਂ ਮਗਰੋਂ ਬਿਜਲੀ ਆ ਗਈ। ਗੱਜਦੇ ਬੱਦਲ ਸ਼ਾਂਤ ਹੋ ਗਏ ਤੇ ਐਨ ਸਿਖਰ ਤੇ ਅੱਪੜ ਗਿਆ ਪੂਰਨਮਾਸ਼ੀ ਦਾ ਚੰਨ। ਆਪਣੇ ਪੂਰੇ ਜਲੌ 'ਚ ਆਇਆ। ਪੂਰੀ ਕਾਇਨਾਤ ਨੂੰ ਦੁੱਧ ਧੋਤਾ ਚਾਨਣ ਵੰਡ ਰਿਹਾ ਸੀ। ਚਿਰਾਂ ਤੋਂ ਮੰਜੇ ਤੇ ਪਈ ਪਿਆਰ ਕੌਰ ਅੱਜ 9/9 ਲੱਗ ਰਹੀ ਸੀ। ਅਗਲੀ ਕਹਾਣੀ। ਕਮਲਜੀਤ ਸਿੰਘ ਨਾਮ ਦੇ ਇੱਕ ਵੀਰ ਵੱਲੋਂ ਆਪਣੀ ਪਾਕਿਸਤਾਨ ਯਾਤਰਾ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਲਾਹੌਰ ਵਾਸੀ ਹੁਸੈਨ ਮੁਹੰਮਦ ਆਖਦਾ ਹੈ ਕਿ ਜਿੰਨਾ ਪਿਆਰ ਤੈਨੂੰ ਲਾਹੌਰ ਵਿੱਚੋਂ ਮਿਲੇਗਾ ਸ਼ਾਇਦ ਹੀ ਕਿਧਰੋਂ ਹੋਰ ਮਿਲੇ, ਬਸ਼ਰਤੇ ਕਿ ਤੂੰ ਸਿਰ ਤੇ ਦਸਤਾਰ ਸਜਾਈ ਹੋਵੇ। ਹੁਸੈਨ ਮੁਹੰਮਦ ਦੇ ਜਵਾਬ ਤੋਂ ਇੱਕ ਆਪਣੀ ਹੱਡਬੀਤੀ ਯਾਦ ਆ ਗਈ। ਕੈਨੇਡਾ ਨਵੇਂ ਆਏ ਨੂੰ ਦਸਤਾਰ ਦੀ ਥਾਂ ਟੋਪੀ ਪਾ ਕੇ ਵਿਚਰਨ ਦੀ ਆਦਤ ਪੈ ਗਈ। ਕੋਈ ਪੁੱਛ ਲੈਂਦਾ ਤਾਂ ਆਖਦਾ ਕਿ ਦਸਤਾਰ ਕਰਕੇ ਸਿਰ ਤੇ ਬੋਝ ਜਿਹਾ ਰਹਿੰਦਾ ਸੀ। ਫਿਰ ਪਹਿਲੀ ਵਾਰ ਪੰਜਾਬ ਵਾਪਸ ਗਿਆ ਤਾਂ ਸਵਿਟਜ਼ਰਲੈਂਡ ਵਿੱਚ ਜਹਾਜ਼ ਬਦਲਣਾ ਪੈਣਾ ਸੀ। ਉੱਥੇ ਦੁਬਾਰਾ ਚੈਕਿੰਗ ਵੀ ਹੋਈ। ਦਸਤਾਰਾਂ ਵਾਲੇ ਤਾਂ ਲੰਘ ਗਏ ਪਰ ਮੈਨੂੰ ਵੱਖਰਿਆਂ ਕਰ ਲਿਆ ਗਿਆ। ਪਹਿਲਾਂ ਮੇਰੀ ਟੋਪੀ ਲੁਹਾਈ, ਮਗਰੋਂ ਆਖਣ ਲੱਗੇ ਥੱਲੇ ਬੰਨਿਆ ਪਟਕਾ ਵੀ ਲਾ ਦੇ। ਮੈਨੂੰ ਪਤਾ ਸੀ ਕਿ ਵਾਲ ਭਾਰੇ ਹੋਣ ਕਰਕੇ ਜੇ ਪਟਕਾ ਲਾ ਦਿੱਤਾ ਤਾਂ ਖਲਾਰਾ ਪੈ ਜਾਣਾ। ਮੈਂ ਨਾਂਹ ਕਰ ਦਿੱਤੀ ਤੇ ਆਖਿਆ ਕਿ ਮੇਰੀ ਇਹੋ ਹੀ ਦਸਤਾਰ ਹੈ, ਮੈਂ ਇਹਨੂੰ ਨਹੀਂ ਲਾ ਸਕਦਾ। ਸੁਪਰਵਾਈਜ਼ਰ ਗੋਰਾ ਇੰਨੀ ਗੱਲ ਆਖਦਾ ਹੋਇਆ ਮੈਨੂੰ ਅੰਦਰ ਲੈ ਗਿਆ ਕਿ ਸਾਨੂੰ ਪਤਾ ਹੈ ਕਿ ਅਸਲੀ ਦਸਤਾਰ ਕੀ ਹੁੰਦੀ ਏ। ਸਿਰ ਤੇ ਆ ਫੁੱਟ ਦਾ ਕੱਪੜਾ ਬੰਨ, ਤੁਸੀਂ ਆਪਣੇ ਆਪ ਨੂੰ ਤਾਂ ਧੋਖਾ ਦੇ ਸਕਦੇ ਹੋ ਪਰ ਮੈਨੂੰ ਨਹੀਂ। ਮੇਰਾ ਦਾਦਾ ਦੂਜੀ ਸੰਸਾਰ ਜੰਗ ਵੇਲੇ ਇਹਨਾਂ ਦਸਤਾਰਾਂ ਵਾਲਿਆਂ ਨਾਲ ਹੀ ਰਿਹਾ ਸੀ। ਹੁਣ ਇੱਥੇ ਕਮਰੇ 'ਚ ਤੇਰਾ ਸਾਰਾ ਕੁਝ ਲੁਹਾ ਕੇ ਤਲਾਸ਼ੀ ਲਵਾਂਗੇ, 2 ਘੰਟੇ ਵੀ ਲੱਗ ਸਕਦੇ। ਇੰਨੀ ਗੱਲ ਸੁਣ ਮੇਰੇ ਸਿਰ ਤੇ 100 ਘੜੇ ਪਾਣੀ ਪੈ ਗਿਆ। ਮੈਂ ਛੇਤੀ ਤਰਲਿਆਂ ਤੇ ਆ ਗਿਆ। ਆਖਿਆ 45 ਮਿੰਟ ਵਿੱਚ ਤੇ ਮੇਰੀ ਅਗਲੀ ਫਲਾਈਟ ਏ। ਉਹ ਕੁਝ ਸੋਚ ਆਖਣ ਲੱਗਾ ਕਿ ਇੱਕ ਹੱਲ ਏ, ਉਹ ਸਾਹਮਣੇ ਗੁਸਲਖਾਨਾ ਹੈ। ਜੇ ਤੇਰੇ ਕੋਲ ਅਸਲੀ ਦਸਤਾਰ ਹੈ ਤਾਂ ਹੁਣੇ ਸਿਰ ਤੇ ਸਜਾ ਕੇ ਇੱਥੇ ਆ ਜਾ। ਬਾਕੀਆਂ ਵਾਂਗ ਸਕੈਨਿੰਗ ਕਰ, ਤੈਨੂੰ 10 ਮਿੰਟਾਂ 'ਚ ਫਾਰਗ ਕਰ ਸਕਦਾ। ਹੁਣ ਇਹ ਤੇਰੇ ਤੇ ਹੈ ਕਿ ਕਿੰਨੀ ਛੇਤੀ ਬੰਦ ਹੈ। ਅੰਦਰ ਸ਼ੀਸ਼ੇ ਅੱਗੇ ਖਲੋ ਲੜ ਠੀਕ ਕਰਦੇ ਹੋਏ ਨੂੰ ਇੰਝ ਲੱਗਿਆ ਮਗਰ ਖਲੋਤਾ ਕੋਈ ਆਖ ਰਿਹਾ ਹੋਵੇ ਕਿ ਗੁਰਮੁਖਾ, ਜਿਸ ਭਾਰ ਦਾ ਬਹਾਨਾ ਬਣਾ ਕੇ ਦਸਮ ਪਿਤਾ ਵੱਲੋਂ ਨਿਵਾਜੀ ਇਸ ਦਸਤਾਰ ਨੂੰ ਤੂੰ ਸਿਰੋਂ ਲਾ ਦਿੱਤਾ ਸੀ, ਉਹ ਭਾਰ ਤੇ ਇਹਦਾ ਹੈ ਹੀ ਨਹੀਂ। ਉਹ ਭਾਰ ਤੇ ਪਦਾਰਥਵਾਦ ਦੀਆਂ ਲਾਲਸਾਵਾਂ ਦਾ ਹੈ। ਉਹੀ ਲਾਲਸਾਵਾਂ ਜਿਨ੍ਹਾਂ 'ਚ ਅੱਜ ਕੌਮ ਬੁਰੀ ਤਰ੍ਹਾਂ ਨਾਲ ਗ੍ਰਸੀ ਹੋਈ ਹੈ। ਫਿਰ ਦੂਜੇ ਦਿਨ ਪਿੰਡ ਅੱਪੜਦਿਆਂ ਤੱਕ ਵੀ ਸਿਰ ਤੇ ਸਜਾਈ ਹੋਈ ਨੂੰ ਲਾਉਣ ਦਾ ਹੀਆ ਨਾ ਪਿਆ। ਉੱਤੋਂ ਗੋਰੇ ਦੇ ਆਖੇ ਬੋਲ ਵੀ ਸਾਰੀ ਵਾਟ ਕੰਨਾਂ 'ਚ ਗੂੰਜਦੇ ਰਹੇ। ਇੰਝ ਵੀ ਲੱਗਿਆ ਕਰੇ ਜਿੱਦਾਂ ਮਗਰ ਤੁਰਿਆ ਆ ਰਿਹਾ ਕੋਈ ਮੇਰੇ ਤੇ ਤਿੱਖੀ ਨਜ਼ਰ ਰੱਖ ਰਿਹਾ ਸੀ। ਡਰਾਉਣ ਲਈ ਨਹੀਂ, ਸਗੋਂ ਵਜੂਦ ਤੇ ਪਏ ਹੋਰ ਕਿੰਨੇ ਸਾਰੇ ਵਾਧੂ ਦੇ ਭਾਰ ਵੰਡਾਉਣ ਲਈ। ਅਗਲੀ ਕਹਾਣੀ। ਮਾਂ ਠੰਡੇ ਸੁਭਾਅ ਦੀ ਸੀ ਪਰ ਪੇਕਿਆਂ ਖਿਲਾਫ ਕੋਈ ਵੀ ਗੱਲ ਨਾ ਜਰ ਹੁੰਦੀ। ਅਸੀਂ ਕੁੜੀਆਂ ਸਾਰੀ ਦਿਹਾੜੀ ਕੰਧਾਂ ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀਆਂ। ਸੌਣ ਭਾਦੋਂ ਲੰਮੀਆਂ ਸਿਖਰ ਦੁਪਹਿਰਾਂ, ਕਦੇ ਲੁਕਣ ਮੀਟੀ, ਕਦੇ ਗੁੱਡੀਆਂ ਪਟੋਲੇ ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ। ਮਾਂ ਨੇ ਚੋਪੜੇ ਹੋਏ ਫੁਲਕੇ ਪੋਣੇ 'ਚ ਲਪੇਟ ਕੇ ਰੱਖੇ ਹੁੰਦੇ।
ਆਪ ਹਰ ਵੇਲੇ ਮਿੱਟੀ ਨਾਲ ਮਿੱਟੀ ਹੋਈ, ਕਦੇ ਵਿਹੜੇ 'ਚ ਗੋਹਾ, ਕਦੀ ਚੁੱਲ੍ਹਾ ਲਿਪ ਰਹੀ ਹੁੰਦੀ, ਕਦੇ ਪਾਥੀਆਂ ਪੱਥਣ ਬਾਹਰ ਗਈ ਹੁੰਦੀ। ਅਸੀਂ ਖਾਣੇ 'ਚ ਕਿੰਨੇ ਨੁਕਸ ਕੱਢ ਦਿੰਦੇ, ਲੂਣ ਮਿਰਚ ਜ਼ਿਆਦਾ, ਰੋਟੀ ਦੇ ਕੰਢੇ ਕੱਚੇ, ਖਾਣ ਨੂੰ ਮਿੱਠਾ ਹੈ ਨਹੀਂ। ਉਹ ਆਖਦੀ ਪਹਿਲਾਂ ਰੋਟੀ ਖਾਓ, ਖੀਰ ਫੇਰ ਮਿਲੂ, ਕਿਧਰੇ ਲੁਕਾ ਕੇ ਰੱਖੀ ਹੁੰਦੀ। 24 ਘੰਟੇ ਬਸ ਮਸ਼ੀਨ ਬਣ ਤੁਰਿਆ ਫਿਰਦਾ ਇੱਕ ਵਜੂਦ। ਸੌਂਦੀ ਕਦੋਂ ਪਤਾ ਹੀ ਨਹੀਂ ਸੀ। ਹਮੇਸ਼ਾ ਸਾਡੇ ਮਗਰੋਂ ਲੰਮੀ ਪੈਂਦੀ ਤੇ ਸਾਥੋਂ ਪਹਿਲਾਂ ਹੀ ਉੱਠ ਜਾਇਆ ਕਰਦੀ। ਉਹਨੂੰ ਖਰਚੇ ਚਲਾਉਣ ਲਈ ਬੱਝੇ ਰੁਪਈਏ ਹੀ ਮਿਲਿਆ ਕਰਦੇ। ਵਿੱਚੋਂ ਕੁਝ ਬਚਾ ਲਿਆ ਕਰਦੀ, ਕਦੀ ਮੇਰੇ ਸੂਟ ਤੇ ਕਦੀ ਵੀਰ ਦੀ ਕਮੀਜ਼ ਲਿਆ ਦਿੰਦੀ। ਆਪ ਵਿਆਹ ਸ਼ਾਦੀਆਂ ਵੇਲੇ ਬਸ ਕਦੀ ਨਵਾਂ ਸੂਟ ਸਵਾਇਆ ਕਰਦੀ। ਕਈ ਵਾਰ ਮਾਂ ਬਾਪੂ ਆਪੋ 'ਚ ਲੜ ਪਿਆ ਕਰਦੇ। ਅਸੀਂ ਵਿੱਚ ਨਾ ਪਿਆ ਕਰਦੇ। ਸਾਨੂੰ ਤਾਂ ਸਿਰਫ ਖਾਣ ਪੀਣ, ਖਰਚਣ ਪਾਉਣ ਤੇ ਲੀੜੇ ਕੱਪੜੇ ਨਾਲ ਮਤਲਬ ਸੀ। ਦਿਨ ਢਲੇ ਜਦੋਂ ਪਰਤਦੇ ਤਾਂ ਨੁੱਕਰੇ ਬੈਠੀ ਵਰਕੇ ਤੋਂ ਕੁਝ ਲਿਖ ਰਹੀ ਹੁੰਦੀ। ਸਾਨੂੰ ਵੇਖ ਲੁਕਾ ਲਿਆ ਕਰਦੀ, ਪਰ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਕੀ ਤੇ ਕਿਸ ਨੂੰ ਲਿਖ ਰਹੀ ਹੈ। ਵੱਡੇ ਮਾਮੇ ਨੂੰ ਤੇ ਜਾਂ ਫਿਰ ਨਾਨੇ ਨੂੰ ਉਲਾਮੇ ਵਾਲਾ ਖੱਤ। ਅਗਲੀ ਸਵੇਰ ਗੁੱਸਾ ਠੰਡਾ ਹੁੰਦਾ ਤਾਂ ਰਾਤੀ ਲਿਖਿਆ ਰੁੱਕਾ ਪਾੜ ਦਿਆ ਕਰਦੀ। ਨਾਨੀ ਨਿੱਕੇ ਹੁੰਦਿਆਂ ਹੀ ਪੂਰੀ ਹੋ ਗਈ ਸੀ ਤੇ ਨਾਨਾ ਜੀ ਪਹਿਲੋਂ ਪੱਕਾ ਅਕਾਲੀ, ਮਗਰੋਂ ਮੰਜੀ ਸਾਹਿਬ ਸੰਤਾਂ ਦੇ ਭਾਸ਼ਣ ਸੁਣਨ ਜਾਇਆ ਕਰਦਾ ਪੱਕਾ ਸੇਵਕ ਬਣ ਗਿਆ। ਅੰਮ੍ਰਿਤਸਰੋਂ ਮੁੜਿਆ ਜਦੋਂ ਵੀ ਸਾਡੇ ਪਿੰਡ ਦੀ ਜੂਹ 'ਚ ਦਾਖਲ ਹੁੰਦਾ ਤਾਂ ਹਲਚਲ ਮਚ ਜਾਂਦੀ। ਅਸੀਂ ਸਾਰੀਆਂ ਜਿੱਥੇ ਵੀ ਖੇਡ ਰਹੀਆਂ ਹੁੰਦੀਆਂ ਨਾਨੇ ਵੱਲ ਨੂੰ ਨੱਸ ਤੁਰਦੀਆਂ। ਉਹਦੇ ਸਾਈਕਲ ਦੇ ਹੈਂਡਲ ਨਾਲ ਹਮੇਸ਼ਾ ਹੀ ਕੁਝ ਨਾ ਕੁਝ ਟੰਗਿਆ ਹੁੰਦਾ, ਕਦੀ ਗੁੜ, ਕਦੀ ਤਿਲਾਂ ਵਾਲੇ ਲੱਡੂ, ਕਦੀ ਵੇਸਣ, ਕਦੀ ਟਿੱਕੀ ਵਾਲਾ ਗੁੜ ਤੇ ਕਦੀ ਅਲਸੀ ਦੀਆਂ ਢੇਰ ਸਾਰੀਆਂ ਪਿੰਨੀਆਂ। ਉਹ ਸਾਈਕਲ ਤੋਂ ਇੱਕ ਪੈਰ ਥੱਲੇ ਲਾ ਕੇ ਸੰਤਾਂ ਦੀਆਂ ਆਖੀਆਂ ਦੱਸ ਰਿਹਾ ਹੁੰਦਾ ਤਾਂ ਅਸੀਂ ਹੌਲੀ ਜੇ ਅੱਗੇ ਟੰਗੇ ਝੋਲੇ ਵਿੱਚੋਂ ਕਿੰਨਾ ਕੁਝ ਕੱਢ ਦੂਰ ਦੌੜ ਜਾਂਦੀਆਂ। ਉਹ ਕੁਝ ਨਾ ਆਖਦਾ। ਫਿਰ ਇੱਕ ਦਿਨ ਨਾਨਾ ਜੀ ਮੁੱਕ ਗਿਆ ਤੇ ਨਾਲ ਹੀ ਮੁੱਕ ਗਈ ਮਾਂ ਦੇ ਚਿਹਰੇ ਦੀ ਰਹਿੰਦੀ ਖੁੰਦੀ ਰੌਣਕ ਵੀ। ਹੁਣ ਉਹ ਅਕਸਰ ਹੀ ਚੁੱਪ ਰਿਹਾ ਕਰਦੀ। ਕਦੇ ਕਦਾਈ ਸਪੀਕਰ ਤੇ ਬਿੰਦ ਰੱਖੀਏ ਦਾ ਇਹ ਗੀਤ, ਮਾਂ ਨੀ ਮੈਂ ਹੁਣ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ, ਸੁਣਦੀ ਤਾਂ ਅੱਖਾਂ ਪੂੰਝਦੀ ਅੰਦਰ ਵੜ ਜਾਇਆ ਕਰਦੀ। ਫਿਰ ਇੱਕ ਦਿਨ ਝੋਨਾ ਝੰਬਦੇ ਡੈਡੀ ਨੂੰ ਪੁਲਿਸ ਚੁੱਕ ਕੇ ਲੈ ਗਈ। ਅਖੇ ਵੀਰ ਤੁਹਾਤੋਂ ਰੋਟੀ ਖਾ ਕੇ ਜਾਂਦੇ ਨੇ। ਅਸੀਂ ਦੋਵਾਂ ਮਾਵਾਂ ਧੀਆਂ ਨੇ ਚੱਪਾ ਚੱਪਾ ਛਾਣ ਮਾਰਿਆ, ਪਰ ਉਹ ਨਾ ਲੱਭਿਆ। ਉਹਦੀ ਯਾਦ ਅਜੇ ਵੀ ਸੂਲ ਬਣੀ ਚੁੱਭਦੀ ਰਹਿੰਦੀ ਏ। ਅੱਜ ਵਿਆਹ ਤੋਂ ਕਿੰਨੇ ਵਰਿਆਂ ਬਾਅਦ ਜਦੋਂ ਤੁਰ ਗਈ ਆਪਣੀ ਮਾਂ ਨੂੰ ਯਾਦ ਕਰਦੀਆਂ ਤਾਂ ਇੰਝ ਆਖਦੀ ਮਹਿਸੂਸ ਹੁੰਦੀ ਕਿ ਧੀਏ, ਆਪੋ 'ਚ ਕੋਈ ਗੱਲ ਹੋ ਜਾਏ ਤਾਂ ਰੁੱਕੇ ਤੇ ਲਿਖ ਦਿਆ ਕਰ। ਤਦੇ ਸ਼ਾਇਦ 7 ਸਮੁੰਦਰ ਪਾਰ ਬੈਠੀ ਨੂੰ ਅੱਜ ਵੀ ਜਦੋਂ ਕੋਈ ਮਾੜਾ ਮੋਟਾ ਸੇਕ ਜਿਹਾ ਲੱਗਦਾ ਹੈ ਤਾਂ ਸੈੱਲ ਫੋਨ ਤੇ ਵੀਰ ਦਾ ਨੰਬਰ ਦੱਬ ਕਿੰਨਾ ਚਿਰ ਹਰੇ ਬਟਨ ਵੱਲ ਤੱਕਦੀ ਰਹਿੰਦੀ ਹਾਂ। ਸੋਚਦੀ ਹਾਂ ਜੇ ਮਾਂ ਵਾਂਗ ਕੋਈ ਰੁੱਕਾ ਲਿਖ ਕੇ ਰੱਖਿਆ ਹੁੰਦਾ ਤਾਂ ਅਗਲੇ ਦਿਨ ਪਾੜ ਵੀ ਦਿਆ ਕਰਦੀ, ਪਰ ਇਸ ਚੰਦਰੇ ਨੇ ਤਾਂ ਅਗਲੇ ਦੇ ਸਿੱਧੀ ਜਾਂ ਤਾਰ ਹੀ ਖੜਕਾ ਦੇਣੀ ਹੈ। ਉਹਦੀ ਵੀ ਤਾਂ ਹੁਣ ਆਪਣੀ ਜ਼ਿੰਦਗੀ ਤੇ ਆਪਣੇ ਮਸਲੇ ਨੇ। ਅੱਜ ਵੀ ਜਦੋਂ ਕਦੇ ਬਿੰਦ ਰੱਖੀਏ ਦਾ ਪੇਕੇ ਹੁੰਦੇ ਮਾਵਾਂ ਨਾਲ ਵਾਲਾ ਉਹੀ ਗੀਤ ਕੰਨੀ ਪੈ ਜਾਏ ਤਾਂ ਪਿੰਡ ਸੁੰਨੇ ਹੋ ਗਏ ਵਿਹੜੇ ਨੂੰ ਚੇਤੇ ਕਰ ਕਾਲਜੇ ਦਾ ਰੁੱਗ ਜਿਹਾ ਭਰਿਆ ਜਾਂਦਾ ਹੈ। ਫਿਰ ਪਿੰਡ ਵਸਦਾ ਸਾਡਾ ਗੁਆਂਢ ਦੱਸਦਾ ਹੈ ਕਿ ਸਾਡੇ ਉਸ ਸੁੰਨੇ ਹੋ ਗਏ ਵਿਹੜੇ 'ਚ ਉੱਗੇ ਉੱਚੇ ਲੱਖ ਸਰਕੰਡੇ ਵਿੱਚੋਂ ਅੱਜ ਕੱਲ੍ਹ ਸੱਪ ਬਹੁਤ ਨਿਕਲਦੇ ਨੇ। ਨਾਲ ਹੀ ਇਹ ਵੀ ਪਤਾ ਲੱਗਦਾ ਹੈ ਕਿ ਮੰਜੀ ਸਾਹਿਬ ਸਟੇਜ ਤੋਂ ਵੀ ਅੱਜ ਕੱਲ੍ਹ ਜ਼ਿਆਦਾਤਰ ਸੱਪ ਹੀ ਭਾਸ਼ਣ ਦਿਆ ਕਰਦੇ। 3 ਦਹਾਕਿਆਂ ਤੋਂ ਕੌਮ ਨੂੰ ਲਗਾਤਾਰ ਡੰਗਦੇ ਆ ਰਹੇ ਨੀਲੇ ਖੱਟੇ ਸੱਪ। ਧੰਨਵਾਦ। ਕਹਾਣੀ। ਅਸੀਂ ਦੋਵੇਂ ਜੋੜੇ ਹੋਏ ਸਾਂ, ਪਰ ਮਾਂ ਦੀ ਕੁੱਖ ਪਹਿਲਾਂ ਮੈਂ ਛੱਡੀ ਸੀ, ਸੋ ਮਾਂ ਹਮੇਸ਼ਾ ਮੈਨੂੰ ਹੀ ਵੱਡਾ ਮੰਨਦੀ ਆਈ ਸੀ। ਨਿੱਕੇ ਨਾਲ ਕਿੰਨੇ ਸਾਰੇ ਲਾਡ ਲਡਾਏ ਜਾਂਦੇ, ਮੈਨੂੰ ਬੁਰਾ ਨਾ ਲੱਗਦਾ, ਪਰ ਉਹ ਹਰ ਵਾਰ ਬਰੋਬਰ ਵੰਡ ਕੇ ਦਿੱਤੀ ਆਪਣੀ ਹਰ ਚੀਜ਼ ਪਹਿਲਾਂ ਮੁਕਾ ਲਿਆ ਕਰਦਾ ਤੇ ਫਿਰ ਉਹਦੀ ਮੇਰੀ ਵਾਲੀ ਤੇ ਨਜ਼ਰ ਹੁੰਦੀ। ਜਦੋਂ ਮੈਂ ਨਾ ਕਰ ਦਿੰਦਾ ਤਾਂ ਉਹ ਥੱਲੇ ਲੇਟਣ ਲੱਗ ਜਾਂਦਾ। ਮੈਂ ਡਰ ਜਾਂਦਾ। ਫਿਰ ਮਾਂ ਆਖਣ ਲੱਗਦੀ, ਚੱਲ ਮੇਰਾ ਪੁੱਤ ਦੇ ਦੇ ਥੋੜੀ ਜੀ, ਤੇਰਾ ਛੋਟਾ ਭਰਾ ਜੋ ਹੋਇਆ। ਰੋਟੀ ਵੀ ਦੋਹਾਂ ਨੂੰ ਇਕੱਠਿਆਂ ਬੈਠ ਕੇ ਖਵਾਇਆ ਕਰਦੀ, ਇੱਕ ਬੁਰਕੀ ਮੈਨੂੰ ਤੇ ਇੱਕ ਉਹਨੂੰ।
ਇੱਥੇ ਵੀ ਉਹ ਆਪਣੀ ਬੁਰਕੀ ਕਾਹਲੀ ਨਾਲ ਅੰਦਰ ਲੰਘਾ, ਫਿਰ ਮੂੰਹ ਖੋਲ ਮੇਰੇ ਵੱਲ ਆਉਂਦੀ ਹੋਈ ਮਾਂ ਦੀ ਬਾਂਹ ਫੜ ਆਪਣੇ ਵੱਲ ਨੂੰ ਮੂੰਹ ਮੋੜ ਲਿਆ ਕਰਦਾ। ਮੈਂ ਕੁਝ ਆਖਣ ਲੱਗਦਾ ਤਾਂ ਫੇਰ ਆਖਦੀ, ਤੇਰਾ ਨਿੱਕਾ ਵੀਰ ਜੋ ਹੋਇਆ ਖਾ ਲੈਣ ਦੇ, ਤੈਨੂੰ ਹੋਰ ਪਕਾ ਦਿਓ। ਮੈਨੂੰ ਪਹਿਲਾਂ ਥੋੜਾ ਗੁੱਸਾ ਆਉਂਦਾ, ਫਿਰ ਕਿੰਨਾ ਸਾਰਾ ਤਰਸ। ਸਕੂਲੇ ਦਾਖਲ ਹੋਏ ਤਾਂ ਤੁਰੇ ਆਉਂਦਿਆਂ ਉਹਦਾ ਬਸਤਾ ਵੀ ਮੈਨੂੰ ਚੁੱਕਣਾ ਪੈਂਦਾ। ਘਰੇ ਆ ਕੇ ਦੱਸਦਾ ਤਾਂ ਮਾਂ ਦਾ ਉਹੀ ਤਰਕ ਹੁੰਦਾ, ਤੇਰਾ ਨਿੱਕਾ ਵੀਰ ਜੋ ਹੋਇਆ ਤਾਂ ਕੀ ਹੋਇਆ ਜੇ ਚੁੱਕ ਲਿਆ, ਵੱਡੇ ਕਈ ਕੁਝ ਤਾਂ ਕਰਦੇ ਨੇ ਨਿੱਕਿਆਂ ਲਈ। ਮੇਰਾ ਗੁੱਸਾ ਇੱਕ ਵਾਰ ਫੇਰ ਖੰਭ ਲਾ ਕੇ ਕਿਧਰੇ ਉੱਡ ਜਾਂਦਾ। ਫਿਰ ਵੱਡੇ ਸਕੂਲ ਪਾਇਆ ਤਾਂ ਸਾਈਕਲ ਦੇ ਪੈਡਲ ਮੈਨੂੰ ਮਾਰਨੇ ਪੈਂਦੇ, ਉਹਦਾ ਮਗਰ ਬੈਠੇ ਦਾ ਪੈਰ ਸੌਂ ਜਾਂਦਾ, ਜੁੱਤੀ ਡਿੱਗ ਪੈਂਦੀ, ਉਹ ਵੀ ਮੈਨੂੰ ਲਿਆਉਣੀ ਪੈਂਦੀ। ਘਰੇ ਦੱਸਦਾ ਤਾਂ ਮਾਂ ਆਖਦੀ, ਤਾਂ ਕੀ ਹੋਇਆ, ਵੱਡੇ ਵੀਰ ਹੀ ਨਿੱਕਿਆਂ ਦਾ ਖਿਆਲ ਰੱਖਦੇ ਨੇ। ਇੱਕ ਵਾਰ ਬੁਖਾਰ ਨਾਲ ਤਪਦੇ ਹੋਏ ਨੇ ਉਹਨੂੰ ਆਖ ਦਿੱਤਾ, ਅੱਜ ਤੂੰ ਚਲਾ ਲੈ ਵੀਰ ਬਣ ਕੇ, ਮੈਥੋਂ ਪੈਡਲ ਨਹੀਂ ਵੱਜਦੇ। ਅੱਗੋਂ ਆਖਣ ਲੱਗਾ, ਮੇਰੀ ਵੀ ਅੱਜ ਲੱਤ ਬੜੀ ਜ਼ਿਆਦਾ ਦੁਖਦੀ ਪਈ ਆ। ਮੈਨੂੰ ਫਿਰ ਤਰਸ ਜਿਹਾ ਆ ਗਿਆ। ਫਿਰ ਜਵਾਨ ਹੋਏ, ਦੋਹਾਂ ਦਾ ਵਿਆਹ ਹੋ ਗਿਆ। ਹੁਣ ਵੱਡੇ ਵੱਡੇ ਫੈਸਲੇ ਘਰੇ ਸਿਹੇੜ ਕੇ ਲਿਆਂਦੀਆਂ ਨਾਲ ਦੀਆਂ ਸਲਾਹਾਂ ਨਾਲ ਹੋਣ ਲੱਗੇ। ਫਿਰ ਅੰਦਰੋਂ ਅੰਦਰ ਧੁਖਦੀ ਇੱਕ ਦਿਨ ਭਾਂਬੜ ਬਣ ਗਈ ਤੇ ਵੰਡ ਵੰਡਾਈ ਵਾਲਾ ਦਿਨ ਆ ਗਿਆ। ਮੈਂ ਉਹਦੇ ਹਿੱਸੇ ਆਈ ਜ਼ਮੀਨ ਚੋਂ ਆਪਣੇ ਫਾਰਮ ਹਾਊਸ ਨੂੰ ਜਾਣ ਲਈ ਥੋੜਾ ਰਾਹ ਮੰਗ ਲਿਆ। ਉਹਨੇ ਆਪਣੇ ਨਾਲ ਦੀ ਨਾਲ ਸਲਾਹ ਕੀਤੀ ਤੇ ਮਗਰੋਂ ਸਾਫ਼ ਇਨਕਾਰ ਕਰ ਦਿੱਤਾ। ਮੈਂ ਕਿੰਨੇ ਵਾਸਤੇ ਪਾਏ, ਬੜੇ ਤਰਲੇ ਕੱਢੇ, ਪਰ ਉਹ ਟਸ ਤੋਂ ਮਸ ਨਾ ਹੋਇਆ। ਆਖਣ ਲੱਗਾ, ਮਜਬੂਰ ਆ। ਫਿਰ ਮੈਨੂੰ ਉੱਪਰੋਂ ਦੇ ਵਲ ਪਾ ਕੇ ਆਉਣਾ ਪੈਂਦਾ। ਘਰੇ ਮੁੜਦੇ ਹੋਏ ਨੂੰ ਕਈ ਵਾਰ ਝੋਲਾ ਜਿਹਾ ਵੀ ਪੈਂਦਾ ਕਿ ਸਾਨੂੰ ਦੋਵਾਂ ਨੂੰ ਇਕੱਠਿਆਂ 9 ਮਹੀਨੇ ਆਪਣੇ ਢਿੱਡ 'ਚ ਰੱਖਣ ਵਾਲੀ ਉਹੀ ਮਾਂ ਇੱਕ ਦਿਨ ਜ਼ਰੂਰ ਮੜੀਆਂ 'ਚੋਂ ਪਰਤ ਆਊ ਤੇ ਨਿੱਕੇ ਨਾਲ ਹਰਖ ਕਰਦੀ ਹੋਈ ਉਹਨੂੰ ਇੰਨੀ ਗੱਲ ਜ਼ਰੂਰ ਆਖੂ, ਵੇ ਪੁੱਤ ਮੰਨ ਜਾ, ਇੰਜ ਨਹੀਂ ਕਰੀਦਾ, ਛੱਡ ਦੇ ਦੋ ਕੁਕਰਮਾਂ ਉਹਨੂੰ, ਉਹਦੇ ਰਾਹ ਜੋਗੀਆਂ ਤੇਰਾ ਵੱਡਾ ਭਰਾ ਜੂ ਹੋਇਆ। ਪਰ ਮੈਨੂੰ ਵੰਡ ਵੰਡਾਈ ਦੇ ਚੱਕਰਾਂ ਵਿੱਚ ਲਗਭਗ ਕਮਲੇ ਹੋ ਗਏ ਨੂੰ ਭਲਾ ਕੌਣ ਸਮਝਾਉਂਦਾ ਕਿ ਭੋਲਿਆ, ਹਮਦਰਦੀ ਤੇ ਤਰਸ ਨਾਮ ਦੀਆਂ ਦੋ ਸ਼ੈਆਂ ਅਕਸਰ ਹੀ ਦਿਲ ਦੀਆਂ ਨਾਜ਼ੁਕ ਪਰਤਾਂ ਵਿੱਚ ਉਪਜਿਆ ਕਰਦੀਆਂ ਨੇ, ਨਾ ਕਿ ਨਫੇ ਨੁਕਸਾਨ ਵਾਲੀ ਤੱਕੜੀ ਵਿੱਚ ਚੰਗੀ ਤਰ੍ਹਾਂ ਤੋਲ ਕੇ ਲਏ ਗਏ ਦਿਮਾਗੀ ਫੈਸਲਿਆਂ ਵਿੱਚੋਂ। ਧਾਨੀ ਕਹਾਣੀ। ਇਹ ਹਿਰਨ ਵੀ ਵੇਖੇ ਲੱਗਦੇ ਸਨ, ਪਰ ਅੱਜ ਉਹਨਾਂ ਮੈਨੂੰ ਬਹੁਤਾ ਨਾ ਗੌਲਿਆ। ਘਾਹ ਹੀ ਚਰਦੇ ਰਹੇ। ਨਿੱਕਾ ਹਿਰਨ ਬੂਥੀ ਚੁੱਕ ਵੇਖਣ ਲੱਗਾ। ਮਾਂ ਨੇ ਝਿੜਕ ਮਾਰੀ, ਇਹ ਤਾਂ ਵਿਹਲਾ ਹੈ, ਤੀਜੇ ਦਿਨ ਮੂੰਹ ਚੁੱਕ ਕੇ ਆ ਜਾਂਦਾ, ਤੂੰ ਚੁੱਪ ਕਰਕੇ ਢਿੱਡ ਭਰ, ਮੁੜ ਕੇ ਅੱਧੀ ਰਾਤ ਉਠਾਵੇਂਗਾ। ਬੇਬੇ ਭੁੱਖ ਲੱਗੀ, ਘਾਹ ਚਰਨ ਲੈ ਕੇ ਚੱਲ। ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ। ਕਿੰਨੇ ਸਾਰੇ ਲੋਕ ਚੇਤੇ ਆ ਗਏ, ਭੱਜ ਭੱਜ ਮਿਲਣ ਆਉਂਦੇ ਲੋਕ। ਪਰ ਅੱਜ ਤੂੰ ਕੌਣ ਤੇ ਮੈਂ ਕੌਣ? ਸਾਡੀ ਜੁੱਤੀ ਤੋਂ ਅਸੀਂ ਕਿਹੜਾ ਕਿਸੇ ਤੋਂ ਘੱਟ? ਜੰਮੇ ਹੋਏ ਦਰਿਆ ਦੇ ਪੁਲ ਏਡੇ ਉੱਚੇ ਦੀ ਭਲਾ ਕੀ ਲੋੜ ਸੀ? ਨੀਵਾਂ ਵੀ ਬਣ ਸਕਦਾ ਸੀ। ਸ਼ਾਇਦ ਪੁਲ ਨੇ ਸਿਫਾਰਿਸ਼ ਪਵਾਈ ਹੋਵੇ, ਮੈਨੂੰ ਉੱਚਾ ਰੱਖਿਓ ਤਾਂ ਕਿ ਸਦੀ ਵੀ ਅਹਿਸਾਸ ਹੁੰਦਾ ਰਹੇ ਕਿ ਮੈਂ ਉੱਚਾ ਹਾਂ। ਹੇਠੋਂ ਲੰਘਦੇ ਪਾਣੀਆਂ ਤੋਂ ਉਹ ਪਾਣੀ ਜਿਹੜੇ ਜਿੱਥੋਂ ਮਰਜ਼ੀ ਖੱਜਲ ਹੁੰਦੇ ਆਉਣ, ਅਖੀਰ ਨੂੰ ਗੁਜ਼ਰਨਾ ਮੇਰੇ ਹੇਠੋਂ ਹੀ ਪੈਣਾ। ਉਹ ਵੀ ਸਿਰ ਨਿਉਂ ਕੇ, ਪਰ ਮੇਰੇ ਬਰੋਬਰ ਕਦੀ ਨਹੀਂ ਆ ਸਕਦੇ। ਹਰੇਕ ਨੂੰ ਆਪਣੇ ਤੋਂ ਨੀਵਾਂ ਵਿਖਾ ਤ੍ਰਿਪਤ ਹੁੰਦੀ ਮਾਨਸ ਬਿਰਤੀ ਮੈਨੂੰ ਖੁੰਦਕ ਜੀ ਆ ਗਈ। ਪੁਲ ਦਾ ਹੰਕਾਰ ਤੋੜਨ ਐਨ ਟੀਸੀ ਤੇ ਜਾ ਚੜਿਆ। ਆ ਵੇਖ, ਟੱਕਰ ਗਿਆ ਤੈਨੂੰ ਵੱਡੇ ਸ਼ੇਰ ਨੂੰ ਵੀ ਸਵਾ ਸ਼ੇਰ, ਤੇਰੇ ਤੋਂ ਵੀ ਉੱਚਾ, ਤੇਰੀ ਹਿੱਕ ਤੇ ਖਲੋਤਾ। ਫਿਰ ਮੇਰਾ ਧਿਆਨ ਅਸਮਾਨ ਵੱਲ ਨੂੰ ਚਲਾ ਗਿਆ। ਹਵਾ 'ਚ ਉੱਡਦੇ ਬੱਦਲ, ਪੰਛੀ, ਪੰਖੇਰੂ, ਚਿੜੀਆਂ, ਤੋਤੇ ਮੇਰੇ ਤੋਂ ਵੀ ਕਿੰਨੇ ਉੱਚੇ। ਇੱਥੇ ਹਰੇਕ ਤੋਂ ਉੱਤੇ ਕੋਈ ਨਾ ਕੋਈ। ਕਿਹਨੂੰ ਨੀਵਾਂ ਵਿਖਾਵਾਂਗੇ, ਮੁਕਾਬਲੇ ਕਰਾਂਗੇ, ਸੁਆਏ ਕਿ ਉਸ ਰੱਬ ਦੇ ਜਿਹਦੇ ਉੱਤੇ ਕੋਈ ਨਹੀਂ। ਕਾਮਰੇਡ ਵੀਰੋ, ਰੱਬ ਦਾ ਜ਼ਿਕਰ ਆ ਗਿਆ। ਅੱਗਿਓਂ ਪੜ੍ਹਨਾ ਬੰਦ ਨਾ ਕਰ ਦਿਓ। ਕੋਲ ਹੀ ਲੱਗਾ ਬੋਰਡ, ਪ੍ਰਾਈਵੇਟ ਪ੍ਰਾਪਰਟੀ, ਕਿਸੇ ਚੇਤਾਵਨੀ ਦਿੱਤੀ ਸੀ, ਇਹ ਥਾਂ ਮੇਰੀ ਹੈ, ਇੱਥੇ ਕੋਈ ਨਾ ਵੜੇ। ਵਰਨਾ ਰਣਜੀਤ ਐਵੇਨਿਊ ਦੋਸਤ ਦੀ ਕੋਠੀ ਅੰਦਰ ਰਹਿੰਦਾ ਭਈਆ ਕਿਸੇ ਬਾਹਰ ਫੋਨ ਕਰ ਦਿੱਤਾ, ਇਹ ਆਪਣਾ ਟੱਬਰ ਲੈ ਆਇਆ, ਕਬਜ਼ਾ ਕਰ ਜਾਊ, ਮੁੜ ਕੇ ਕੱਢਣਾ ਔਖਾ ਹੋ ਜਾਣਾ। ਉਹ ਚੇਚਾ ਅਮਰੀਕਾ ਤੋਂ ਅੰਮ੍ਰਿਤਸਰ ਆਇਆ। ਅੱਗੋਂ ਆਖਣ ਲੱਗਾ, ਸਰਦਾਰ ਜੀ ਕੌਣ ਸਾ ਕਬਜ਼ਾ?
चौकीदार हूँ, चौकीदार ही रहूंगा। भला चौकीदार मालिक कैसे बन सकता है? हम सब चौकीदार ही तो हैं। सरदार जी भी थे, मालिक होते तो मरने के बाद ये कोठी साथ ना ले जाते। ਗਿਆ ਤਾਂ ਸੀ ਮਾਲਕੀ ਜਤਾਉਣ, ਜ਼ਿੰਦਗੀ ਦੀ ਅਸਲੀਅਤ ਪੱਲੇ ਬੰਨ ਮੁੜ ਆਇਆ। ਅਖੇ ਇੱਥੇ ਸਭ ਚੌਕੀਦਾਰ ਨੇ, ਅਸਥਾਈ ਚੌਕੀਦਾਰ। ਇਹ ਬਰਫ਼ ਦੀ ਚਿੱਟੀ ਚਾਦਰ ਵੀ ਬੰਦਾ ਜਿੰਨਾ ਮਰਜ਼ੀ ਗੋਰਾ ਹੋਵੇ ਆਪਣੇ ਤੋਂ ਚਿੱਟਾ ਦਿਸਣ ਨਹੀਂ ਦਿੰਦੀ। ਹਿੰਦੀ ਗਾਉਣ, ਗੋਰੇ ਰੰਗ पे ना इतना गुमान कर, गोरा रंग 2 दिन में ढल जाएगा। ਵਾਕਿਆ ਹੀ ਜਦੋਂ ਢਲ ਜਾਂਦਾ ਹੈ ਤਾਂ ਬੜਾ ਦੁਖੀ ਕਰਦਾ ਹੈ। ਫਿਲਟਰ ਕਰ ਕਰ ਪਾਉਣੀ ਪੈਂਦੀ, ਕਰ ਯਾਦ ਜਵਾਨੀ ਰੋਵੇ, ਜਦੋਂ ਰੁਕ ਰੁਕ ਨਬਜ਼ ਖਲੋਵੇ, ਜਦੋਂ ਚੱਕ ਲੋ ਹੋਵੇ ਤਾਂ ਸਮਝੋ ਮਾਮਲਾ ਗੜਬੜ ਹੈ। ਗੜਬੜ ਹੋ ਗਏ ਮਾਮਲੇ ਤੋਂ ਯਾਦ ਆਇਆ, ਇੱਕ ਨਿੱਕੀ ਜਿਹੀ ਬੱਤੀ ਵਿੱਚ ਜ਼ਿੰਦਗੀ ਦੀ ਸਾਰੀ ਕੀਤੀ ਕਤਰੀ ਖੂਹ 'ਚ ਪਾਉਣ ਦੀ ਤਾਕਤ ਹੁੰਦੀ ਏ। ਅੱਗੇ ਵੱਡੇ ਸਾਰੇ ਖੇਤ ਨੂੰ ਤਾਰਾਂ ਲਾ ਕੇ ਕੀਤੀ ਹੋਈ ਵਲਗਣ ਕਿੰਨੀ ਦੇਰ ਵੇਖਦਾ ਰਿਹਾ। ਜੀ ਕੀਤਾ ਅੱਖਾਂ, ਹਿੰਮਤ ਏ ਤਾਂ ਬਰਫ਼, ਹਵਾ, ਪਾਣੀ, ਜਾਨਵਰ, ਪੰਛੀਆਂ ਨੂੰ ਵੀ ਰੋਕ ਕੇ ਵਿਖਾ। ਸਾਰੀਆਂ ਰੋਕਾਂ ਸਿਰਫ ਇਨਸਾਨ ਲਈ ਹੀ ਕਿਉਂ? ਬਾਪ ਚੇਤੇ ਆ ਗਿਆ। ਸਾਰੀ ਉਮਰ ਵਾਘਿਓਂ ਪਾਰ ਪਿੰਡ ਨੂੰ ਤਰਸਦਾ ਰਿਹਾ। ਗੱਲ ਗੱਲ ਤੇ ਬਸ ਨਾਰੋਵਾਲ, ਸਿਆਲਕੋਟ, ਉਗੋਂ ਕੇ, ਦੁਮਾਲਾ। ਅੱਗੇ ਘਰ-ਬਾਰ ਖਲੋਤਾ, ਕੰਡਮ ਪੁਰਾਣਾ ਟਰੱਕ, ਠੰਡ 'ਚ ਜੰਗਾਲ ਖਾਂਦਾ, ਇੰਜ ਲੱਗਾ ਆਖ ਰਿਹਾ ਹੋਵੇ ਮੇਰੇ ਵੀ ਕਦੀ ਦਿਨ ਹੁੰਦੇ ਸਨ। ਅੰਦਰ ਨਿੱਘੇ ਥਾਂ ਖਲਿਆਰਿਆ ਜਾਂਦਾ, ਟੌਪ ਕਲਾਸ ਸਾਫ਼ ਸਫਾਈ ਤੇ ਦੇਖ-ਰੇਖ। ਹੁਣ ਝੜ ਜਾ ਪੱਤਿਆ ਵੇ, ਰੁੱਤ ਨਵਿਆਂ ਦੀ ਆਈ ਆ। ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ, ਸਦਾ ਨਾ ਹੁਸਨ ਜਵਾਨੀ ਮਾਪੇ, ਸਦਾ ਨਾ ਸੋਬਤ ਯਾਰਾਂ। ਤਰਲੇ ਕੱਢਦਾ ਮੈਨੂੰ, ਕਬਾੜ ਵਿੱਚ ਹੀ ਦੇ ਦਿਓ, ਗਰੀਬ ਦੀ ਗਤੀ ਹੋ ਜਾਏ। ਇੱਥੇ ਲੰਘਦਾ ਆਉਂਦਾ ਹਰ ਕੋਈ ਠਿੱਠ ਕਰ ਕਰ ਲੰਘਦਾ। ਥੋੜ੍ਹੀ ਅੱਗੇ ਮਹਿਲਾਂ ਵਰਗੇ ਵੱਡੇ ਘਰ, ਕ੍ਰਿਸਮਸ ਉੱਤੇ ਮਹਿੰਗੀਆਂ ਰੌਸ਼ਨੀਆਂ। ਬਾਹਰ ਕੀਤੇ ਖਰਚਿਆਂ ਤੋਂ ਹੀ ਅਗਲੇ ਦੀ ਹੈਸੀਅਤ ਪਤਾ ਲੱਗਦੀ। ਕੌਣ ਕਿੰਨੇ ਪਾਣੀ ਵਿੱਚ, ਉਹੀ ਹੈਸੀਅਤ ਜਿਹਨੇ ਚੰਗੇ ਭਲੇ ਕਮਲੇ ਕੀਤੇ। ਸਿਵਿਆਂ ਤੇ ਖਲੋਤੀ ਖੜੀ ਮੁੱਛ। ਅਚਾਨਕ ਪਿੰਡ ਦਾ ਇੱਕ ਨਿੱਕਾ ਜਿਹਾ ਘਰ, ਮਾਤੜ ਨੇ ਵੀ ਪੂਰੀ ਟੌਰ ਕੱਢੀ ਹੋਈ ਸੀ। ਕਾਲੇ ਹੈ ਤੋ ਕਿਆ ਹੁਆ ਦਿਲ ਵਾਲੇ ਹੈ। ਨਵੀਂ ਵਹੁਟੀ ਵਾਂਗ ਸ਼ਿੰਗਾਰੀ ਹੋਈ ਚਰਚ, ਝੋਲਾ ਪਿਆ, 2 ਮਨੁੱਖ ਗੱਲਾਂ ਕਰ ਰਹੇ ਹੋਣ। ਕੋਲ ਗਿਆ ਤਾਂ ਬੁੱਤ ਸਨ, ਅਡੋਲ। ਮਨ 'ਚ ਸੋਚਿਆ ਅਸੀਂ ਵੀ ਤੇ ਬੁੱਤ ਹੀ ਬਣ ਗਏ। ਸਾਹ ਲੈਂਦੇ ਬੁੱਤ, ਜਜ਼ਬਾਤ ਵਿਹੀਣੇ ਬੁੱਤ। ਕੋਲ ਕੋਈ ਤੜਪ ਰਿਹਾ ਹੋਵੇ, ਭੁੱਖਾ ਮਰ ਰਿਹਾ ਹੋਵੇ, ਸਾਨੂੰ ਕੀ? ਕੋਲ ਹੀ ਚਮਕਾ ਮਾਰਦੇ ਸੰਗਮਰਮਰ ਨਾਲ ਸ਼ਿੰਗਾਰੀਆਂ ਕਿੰਨੀਆਂ ਸਾਰੀਆਂ ਕਬਰਾਂ, ਵੱਡੇ ਲੋਕਾਂ ਦੇ ਸਦੀਵੀ ਸਥਲ। ਸਾਰੀ ਉਮਰ ਸਲਾਮਾਂ ਸਿਜਦੇ ਕਰਾਉਂਦੇ ਰਹੇ, ਸਰਦੇ ਪੁੱਜਦਿਆਂ ਦੀ ਆਰਾਮਗਾਹ। ਸਾਰਾ ਸ਼ਹਿਰ ਕ੍ਰਿਸਮਸ ਮਨਾ ਰਿਹਾ ਸੀ, ਪਰ ਇਹ ਸ਼ਾਂਤ ਸਨ। ਕੁਝ ਐਸੇ ਵੀ ਹੋਣੇ ਜਿਹੜੇ ਨਾ ਇਨਸਾਫੀ ਵੇਖ ਸਾਰੀ ਉਮਰ ਇਸ ਲਈ ਚੁੱਪ ਰਹੇ, ਕਿਧਰੇ ਮਾਰੇ ਹੀ ਨਾ ਜਾਈਏ। ਸ਼ਿਵ ਯਾਦ ਆ ਗਿਆ। ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ। ਦੱਸਦੇ ਆਖਰੀ ਵੇਲੇ ਜੋ ਚੀਜ਼ ਹਮੇਸ਼ਾ ਦਿਸਦੀ ਰਹਿੰਦੀ ਏ, ਉਹ ਹੁੰਦੀ ਏ ਮਾਂ। ਬਾਹਾਂ ਖਿਲਾਰ ਕੇ ਖਲੋਤੀ ਹੋਈ ਮਾਂ। ਫਿਰ ਜਾਨ ਬੜੀ ਸੌਖੀ ਨਿਕਲਦੀ। ਬੰਦੇ ਨੂੰ ਕਾਹਲੀ ਜੋ ਹੁੰਦੀ ਏ ਮਾਂ ਦੀ ਬੁੱਕਲ ਵਿੱਚ ਸਦੀਵੀ ਸਮੋ ਜਾਣ ਦੀ। ਧੰਨਵਾਦ।